ਸਿਲੇਬਸ ਸਿਲੇਬਸ ਰਿਵੀਜ਼ਨ ਕੁਐਸਚਨਸ ਦੇਖੋ ਇਹ ਚੀਜ਼ਾਂ ਵੀ ਇੰਪੋਰਟੈਂਟ ਨੇ ਬਟ ਕੁਝ ਐਸੀਆਂ ਵੀ ਚੀਜ਼ਾਂ ਨੇ ਜਿਹੜੀਆਂ ਇਹਨਾਂ ਤੋਂ ਵੀ ਜ਼ਿਆਦਾ ਇੰਪੋਰਟੈਂਟ ਹੈ। ਕੰਪੀਟੀਟਿਵ ਐਗਜ਼ਾਮਸ ਦੀ ਆਪਾਂ ਗੱਲ ਕਰ ਰਹੇ ਹਾਂ ਤਾਂ ਜੇ ਕੰਪੀਟੀਟਿਵ ਐਗਜ਼ਾਮਸ ਨੂੰ ਤੁਸੀਂ ਕੁਆਲੀਫਾਈ ਕਰਨਾ ਹੈ ਇਹਨਾਂ ਤੋਂ ਵੀ ਬਹੁਤ ਉੱਪਰ ਚੀਜ਼ਾਂ ਨੇ ਜਿਹੜੀਆਂ ਕਿ ਇੰਪੋਰਟੈਂਟ ਨੇ। ਉਹਨਾਂ ਬਾਰੇ ਸਟੂਡੈਂਟਸ ਡਿਸਕਸ ਨਹੀਂ ਕਰਦੇ, ਉਹਨਾਂ ਬਾਰੇ ਸਟੂਡੈਂਟਸ ਸੋਚਦੇ ਹੀ ਨਹੀਂ। ਤਾਂ ਜਿਹੜੇ ਬੱਚੇ ਕਹਿੰਦੇ ਨੇ ਵੀ ਕੋਈ ਟ੍ਰਿਕਸ ਦੱਸੋ, ਕੋਈ ਮੈਥਡਸ ਦੱਸੋ ਵੀ ਕੰਪੀਟੀਟਿਵ ਐਗਜ਼ਾਮ ਨੂੰ ਕਿਵੇਂ ਕੁਆਲੀਫਾਈ ਕੀਤਾ ਜਾਵੇ, ਕੀ ਤਰੀਕਾ ਹੋ ਸਕਦਾ ਵੀ ਜਲਦੀ ਤੋਂ ਜਲਦੀ ਕੁਆਲੀਫਾਈ ਹੋ ਜੇ, ਅੱਜ ਆਪਾਂ ਉਹਨਾਂ ਨੂੰ ਸਮਝਾਂਗੇ, ਉਹਦੇ ਬਾਰੇ ਡਿਸਕਸ਼ਨ ਕਰਾਂਗੇ। ਤਾਂ ਇਹਦੇ ਵਿੱਚ ਮੈਂ ਇਹ ਕਹਾਂਗਾ ਵੀ ਜਿਹੜੀਆਂ ਇਹ ਚੀਜ਼ਾਂ ਨੇ ਜਿੰਨਾ ਜਲਦੀ ਜਿੰਨਾ ਜ਼ਿਆਦਾ ਤੁਸੀਂ ਇਹਨੂੰ ਫੋਲੋ ਕਰ ਲਿਆ ਉਨਾ ਜਲਦੀ ਤੁਹਾਡਾ ਕੰਪੀਟੀਟਿਵ ਐਗਜ਼ਾਮ ਕੁਆਲੀਫਾਈ ਹੋ ਜਾਊਗਾ, ਚਾਹੇ ਜਿਹੜਾ ਮਰਜ਼ੀ ਪੇਪਰ ਹੈ, ਡਜ਼ਨਟ ਮੈਟਰ। ਹਾਂ ਇਹ ਚੀਜ਼ਾਂ ਨੂੰ ਸ਼ੁਰੂ ਦੇ ਵਿੱਚ ਅਸੈਪਟ ਕਰਨਾ ਥੋੜਾ ਜਿਹਾ ਔਖਾ ਹੋਏਗਾ ਵੀ ਐਵੇਂ ਵੀ ਪੋਸੀਬਲ ਹੈ, ਐਵੇਂ ਵੀ ਹੋ ਸਕਦਾ ਹੈ। ਮੈਂ ਇਹ ਨਹੀਂ ਕਹਿ ਰਿਹਾ ਵੀ ਇਹਨੂੰ ਫੋਲੋ ਕਰਨਾ ਬਹੁਤ ਡਿਫਿਕਲਟ ਹੈ, ਫੋਲੋ ਕਰਨਾ ਬਹੁਤ ਈਜ਼ੀ ਹੈ, ਸਮਝਣਾ ਬਹੁਤ ਈਜ਼ੀ ਹੈ, ਬਟ ਅਸੈਪਟ ਕਰਨਾ ਵੀ ਇਹ ਵੀ ਤਰੀਕਾ ਹੋ ਸਕਦਾ ਹੈ, ਇਸ ਤਰ੍ਹਾਂ ਵੀ ਕਰ ਸਕਦੇ ਹਾਂ ਆਪਾਂ। ਤਾਂ ਇਹਨੂੰ ਆਪਾਂ ਜਿਹੜਾ ਹੈਗਾ ਅੱਜ ਸਮਝਦੇ ਹਾਂ। ਇਨ ਅਦਰ ਵਰਡਸ ਡੂਜ਼ ਐਂਡ ਡੋਂਟਸ ਫॉर ਕੁਆਲੀਫਾਈਂਗ ਐਨੀ ਕੰਪੀਟੀਟਿਵ ਐਗਜ਼ਾਮ, ਉਹ ਚੀਜ਼ ਤੇ ਵਰਕ ਕਰਾਂਗੇ। ਤਾਂ ਸਭ ਤੋਂ ਪਹਿਲਾ ਹੈਗਾ ਜੀ ਮੋਸਟ ਰਿਪੀਟਡ, ਮੋਸਟ ਐਕਸਪੈਕਟਡ, ਮੋਸਟ ਇੰਪੋਰਟੈਂਟ ਡਾਟਾ। ਤੁਹਾਨੂੰ ਹਮੇਸ਼ਾ ਇੰਨਾ ਹੀ ਡਾਟਾ ਪੜ੍ਹਨਾ ਚਾਹੀਦਾ ਵੀ ਜਿਹੜਾ ਡਾਟਾ ਬਾਰ-ਬਾਰ ਰਿਪੀਟ ਹੋ ਰਿਹਾ ਸਾਰੇ ਪੇਪਰਾਂ ਦੇ ਵਿੱਚ ਆ ਰਿਹਾ, ਸਿਰਫ ਉਹੀ ਚੀਜ਼ਾਂ ਪੜ੍ਹ ਕੇ ਜਾਣੀਆਂ ਚਾਹੀਦੀਆਂ ਨੇ। ਕੁਝ ਜਿਹੜਾ ਹੈਗਾ ਡਿਫਿਕਲਟ ਚੀਜ਼ ਨਹੀਂ ਪੜ੍ਹਨੀ ਚਾਹੀਦੀ। ਇਹ ਕਦੇ ਨਹੀਂ ਸੋਚਣਾ ਚਾਹੀਦਾ ਵੀ ਯਾਰ ਹੋ ਸਕਦਾ ਇਸ ਵਾਰ ਪੇਪਰ ਦੇ ਵਿੱਚ ਐਵੇਂ ਨਾ ਹੋ ਜੇ, ਇਸ ਵਾਰ ਪੇਪਰ ਬਹੁਤ ਡਿਫਿਕਲਟ ਨਾ ਆ ਜੇ, ਇਸ ਵਾਰ ਜਿਹੜਾ ਹੈਗਾ ਕੁਐਸਚਨ ਇੱਥੋਂ ਨਾ ਆਵੇ, ਇੱਥੋਂ ਨਾ ਆ ਜੇ। ਜਦੋਂ ਤੁਸੀਂ ਇਹ ਚੀਜ਼ਾਂ ਬਾਰੇ ਸੋਚਣ ਲੱਗ ਜੰਨੇ ਹੋ ਵੀ ਯਾਰ ਐਵੇਂ ਨਾ ਹੋ ਜੇ, ਉਵੇਂ ਨਾ ਹੋ ਜੇ, ਤਾਂ ਪ੍ਰੋਬਲਮਸ ਕ੍ਰੀਏਟ ਹੁੰਦੀਆਂ ਨੇ। ਤੁਸੀਂ ਸਿਰਫ ਜੋ ਬਾਰ-ਬਾਰ ਆ ਰਿਹਾ ਪੇਪਰ 'ਚ ਉਹਨੂੰ ਚੰਗੀ ਤਰ੍ਹਾਂ ਪੜ੍ਹ ਕੇ ਜਾਓ ਬਸ। ਸਿਲੇਬਸ ਸਿਰਫ ਉਹਨਾਂ ਹੀ ਪੜ੍ਹਨਾ ਹੁੰਦਾ ਪਹਿਲੀ ਚੀਜ਼। ਇਹ ਚੀਜ਼ ਨੂੰ ਆਪਾਂ ਬਾਰ-ਬਾਰ ਸਮਝਾਂਗੇ ਇਨ ਡਿਫਰੈਂਟ ਵੇਜ਼। ਲੀਸਟ ਸਿਲੇਬਸ ਵਿਦ ਮੈਕਸਿਮਮ ਐਫੀਸ਼ੀਐਂਸੀ। ਸਿਲੇਬਸ ਘੱਟ ਤੋਂ ਘੱਟ ਪੜੋ, ਉਹਨੂੰ ਮੈਕਸਿਮਮ ਐਫੀਸ਼ੀਐਂਸੀ ਨਾਲ ਪੜੋ। ਸਿਲੇਬਸ ਕਦੇ ਵੀ ਕੰਪਲੀਟ ਨਹੀਂ ਹੁੰਦਾ, ਤਾਂ ਤੁਸੀਂ ਜਿੰਨਾ ਕੁ ਪੜ੍ਹ ਰਹੇ ਹੋ ਉਹਨੂੰ ਚੰਗੀ ਤਰ੍ਹਾਂ ਪੜੋ। ਜੋ ਪੜ੍ਹ ਕੇ ਜਾ ਰਹੇ ਹੋ ਉਹਦੇ ਵਿੱਚ ਤੁਹਾਨੂੰ ਜੇ ਪੇਪਰ ਕੁਝ ਆਇਆ ਤਾਂ ਤੁਹਾਨੂੰ ਆਉਣਾ ਚਾਹੀਦਾ ਹੈ। ਤੁਸੀਂ ਇਹ ਕਦੇ ਨਹੀਂ ਕਹਿਣਾ ਓਹੋ ਮੈਂ ਪੜ੍ਹਿਆ ਸੀ ਮੈਂ ਭੁੱਲ ਗਿਆ, ਫਿਰ ਤੁਸੀਂ ਮਤਲਬ ਸਹੀ ਤਰੀਕੇ ਨਾਲ ਨਹੀਂ ਪੜ੍ਹਿਆ, ਜਾਂ ਤੁਸੀਂ ਬਹੁਤ ਜ਼ਿਆਦਾ ਪੜ੍ਹ ਗਏ, ਉਹਨੇ ਪੜ੍ਹਨ ਦੀ ਰਿਕੁਆਇਰਮੈਂਟ ਨਹੀਂ ਸੀ। ਤਾਂ ਹਮੇਸ਼ਾ ਘੱਟ ਤੋਂ ਘੱਟ ਪੜ੍ਹਨਾ ਚਾਹੀਦਾ ਤੇ ਬਹੁਤ ਅੱਛੀ ਤਰ੍ਹਾਂ ਪੜ੍ਹਨਾ ਚਾਹੀਦਾ ਹੈ। ਇਹ ਚੀਜ਼ਾਂ ਬਹੁਤ ਹੀ ਬੇਸਿਕ ਹੈ ਜੀ, ਸਟੂਡੈਂਟਸ ਇਹਨੂੰ ਇਗਨੋਰ ਕਰਦੇ ਨੇ, ਟਿਲ ਲਾਸਟ ਇਗਨੋਰ ਕਰਦੇ ਨੇ, ਜਿਸ ਕਰਕੇ ਉਹ ਪ੍ਰੋਬਲਮਸ ਫੇਸ ਕਰਦੇ ਨੇ, ਜਾਂ ਇਨ ਅਦਰ ਵਰਡਸ ਕਹਿ ਲਓ ਉਹਨਾਂ ਦਾ ਕੰਪੀਟੀਟਿਵ ਐਗਜ਼ਾਮ ਕੁਆਲੀਫਾਈ ਨਹੀਂ ਹੋ ਪਾਉਂਦਾ। Syllabus never completed, so always try to read first and last time, that is no revision। एक ये चीज़ भी बहुत ही इंपॉर्टेंट है, हालांकि ये चीज़ एक्सेप्ट करनी बहुत डिफिकल्ट है भी रिवीजन नहीं करनी चाहिए। ਤੁਸੀਂ ਕੀ ਕਹਿੰਦੇ ਹੋ ਵੀ ਰਿਵੀਜ਼ਨ ਫੇਰ ਰਿਵੀਜ਼ਨ ਫੇਰ ਰਿਵੀਜ਼ਨ ਫੇਰ ਰਿਵੀਜ਼ਨ। ਰਿਵੀਜ਼ਨ ਤੇ ਬਹੁਤ ਹੀ ਵੱਡਾ ਬਿਲੀਫ ਤੁਸੀਂ ਬਣਾ ਲਿਆ ਆਪਣਾ ਵੀ ਜਦੋਂ ਤੱਕ ਰਿਵੀਜ਼ਨ ਨਹੀਂ ਕਰਾਂਗੇ ਗੱਲ ਨਹੀਂ ਬਣੇਗੀ। ਬਟ ਕੰਪੀਟੀਟਿਵ ਐਗਜ਼ਾਮਸ ਦੇ ਵਿੱਚ ਇਹ ਚੀਜ਼ ਸਮਝਣੀ ਬਹੁਤ ਜ਼ਰੂਰੀ ਹੈ। ਪਹਿਲੀ ਗੱਲ ਤਾਂ ਸਿਲੇਬਸ ਡਿਫਾਈਨਡ ਹੀ ਨਹੀਂ ਹੈ। ਸਿਲੇਬਸ ਜਾਂ ਕਹਿ ਲਓ ਬਹੁਤ ਜ਼ਿਆਦਾ, ਪਤਾ ਹੀ ਨਹੀਂ ਕਿੰਨਾ ਜ਼ਿਆਦਾ। ਸਿਲੇਬਸ ਕਦੇ ਕੰਪਲੀਟ ਹੀ ਨਹੀਂ ਹੁੰਦਾ। ਤਾਂ ਕਰਨਾ ਕੀ ਚਾਹੀਦਾ, ਕੋਈ ਵੀ ਚੀਜ਼ ਪੜ੍ਹ ਰਹੇ ਹੋ ਬੈਕ ਆਫ ਦਾ ਮਾਈਂਡ ਇਹ ਰੱਖੋ ਵੀ ਤੁਸੀਂ ਇਹਨੂੰ ਫਸਟ ਤੇ ਲਾਸਟ ਟਾਈਮ ਪੜ੍ਹ ਰਹੇ ਹੋ। ਅੱਜ ਤੋਂ ਬਾਅਦ ਇਹ ਚੀਜ਼ ਤੁਸੀਂ ਕਦੇ ਨਹੀਂ ਪੜ੍ਹਨੀ। ਤਾਂ ਆਬਵੀਅਸਲੀ ਜੇ ਐਵੇਂ ਪੜ੍ਹੋਗੇ ਤਾਂ ਜਿਹੜੇ ਦੂਸਰੇ ਸਟੂਡੈਂਟਸ ਇਨ ਅਦਰ ਵੇਜ਼ ਪੜ੍ਹ ਰਹੇ ਨੇ ਉਹਨਾਂ ਨਾਲੋਂ ਜ਼ਿਆਦਾ ਟਾਈਮ ਲੱਗੇਗਾ। ਬਟ ਤੁਸੀਂ ਜਿਹੜਾ ਹੈਗਾ ਇਸ ਤਰ੍ਹਾਂ ਉਹਨੂੰ ਪੜ੍ਹ ਲਓ ਵੀ ਨਾ ਤਾਂ ਤੁਸੀਂ ਉਹਨੂੰ ਕਦੇ ਰਿਵਾਈਜ਼ ਕਰਨਾ, ਨਾ ਉਹਨੂੰ ਦੇਖਣਾ, ਨਾ ਉਹਦੇ ਬਾਰੇ ਸੋਚਣਾ। ਅੱਜ ਜੇ ਨਾਰਮਲ ਸਟੂਡੈਂਟਸ ਉਹ ਤੇ 5 ਮਿੰਟ ਲਾ ਰਹੇ ਨੇ, ਤੁਸੀਂ 15 ਮਿੰਟ ਲਾ ਲਓ, ਬਟ ਰਿਵੀਜ਼ਨ ਨਹੀਂ ਕਰਨੀ। ਸਟੂਡੈਂਟਸ ਕੀ ਕਰਦੇ ਨੇ, ਪਹਿਲਾਂ ਅੱਜ 5 ਮਿੰਟ ਲਾਏ, 5 ਮਿੰਟ ਕੱਲ ਰਿਵਾਈਜ਼ ਕੀਤਾ, 10 ਮਿੰਟ ਪੇਪਰ ਤੋਂ ਪਹਿਲਾਂ ਰਿਵਾਈਜ਼ ਕੀਤਾ, ਟੋਟਲ 20 ਮਿੰਟਸ ਲਾਤੇ। ਤੁਸੀਂ ਅੱਜ ਹੀ ਉਹਤੇ 15 ਮਿੰਟ ਲਾ ਲਓ। ਕੋਈ ਵਧੀਆ ਜਿਹਾ ਮੈਥਡ ਬਣਾ ਲਓ ਉਹਨੂੰ ਯਾਦ ਕਰਨ ਦੇ ਲਈ ਵੀ ਉਹ ਹਮੇਸ਼ਾ ਲਈ ਯਾਦ ਰਹੇ। ਤੇ ਇਹ ਚੀਜ਼ ਪੋਸੀਬਲ ਹੈ ਜੀ, ਫੀਜ਼ੀਬਲ ਹੈ। ਜਿੰਨੇ ਵੀ ਸਾਡੇ ਹੈਗੇ ਨੇ ਨਾਲ ਦੇ ਕੁਲੀਗ ਸਟੂਡੈਂਟ, ਸਾਰਿਆਂ ਨਾਲ ਡਿਸਕਸ਼ਨ ਹੋਈ ਹੈ, ਸਾਰਿਆਂ ਦੇ ਪੇਪਰਸ ਕੁਆਲੀਫਾਈ ਹੋਏ ਨੇ। ਇਹ ਮੈਥਡਸ ਤਾਂ ਹੀ ਬਣਾਏ ਗਏ ਨੇ। ਕੋਈ ਇਹ ਨਹੀਂ ਕਹਿ ਰਿਹਾ ਵੀ ਇਹ ਜਿਹੜਾ ਹੈਗਾ ਤੁਹਾਨੂੰ ਮੈਂ ਐਵੇਂ ਦੱਸ ਰਿਹਾ, ਇਹ ਚੀਜ਼ਾਂ ਪ੍ਰੈਕਟੀਕਲੀ ਪੋਸੀਬਲ ਹੈਗੀਆਂ ਨੇ ਤੇ ਫੋਲੋ ਕਰਨੀਆਂ ਪੈਣਗੀਆਂ ਜੇ ਤੁਸੀਂ ਕੰਪੀਟੀਟਿਵ ਐਗਜ਼ਾਮ ਨੂੰ ਜਲਦੀ ਤੋਂ ਜਲਦੀ ਕੁਆਲੀਫਾਈ ਕਰਨਾ ਹੈ। ਇਸ ਚੀਜ਼ ਤੇ ਜ਼ਿਆਦਾ ਫੋਕਸ ਕਰੋ। ਫੋਕਸ ਔਨ ਸਿੰਪਲ ਟੌਪਿਕਸ।
ਚੀਜ਼ ਇੱਕ ਹੈ ਜੀ, ਉਹਨੂੰ ਮੈਂ ਹਰ ਤਰੀਕੇ ਨਾਲ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ। ਤਾਂ ਫੋਕਸ ਔਨ ਸਿੰਪਲ ਟੌਪਿਕਸ ਮੀਨਸ ਕੋਈ ਵੀ ਜਿਹੜਾ ਹੈਗਾ ਤੁਸੀਂ ਐਗਜ਼ਾਮ ਦੀ ਤਿਆਰੀ ਕਰ ਰਹੇ ਹੋ, ਸਟੂਡੈਂਟ ਕੀ ਕਹਿੰਦਾ ਡਿਫਿਕਲਟ ਟੌਪਿਕਸ ਲੈ ਕੇ ਬਹਿ ਜਾਂਦਾ ਹੈ ਵੀ ਯਾਰ ਮੈਨੂੰ ਟ੍ਰਿਗਨੋਮੈਟਰੀ ਨਹੀਂ ਆਉਂਦੀ, ਮੈਨੂੰ ਐਡਵਾਂਸ ਮੈਥਸ ਨਹੀਂ ਆਉਂਦਾ। ਤੁਸੀਂ ਬੇਸਿਕ ਮੈਥਸ ਤਾਂ ਕਰੋ ਚੰਗੀ ਤਰ੍ਹਾਂ, ਤੁਸੀਂ ਬੇਸਿਕ ਮੈਥਸ ਹੀ ਇੰਨਾ ਕਰ ਲਓ ਵੀ ਤੁਹਾਨੂੰ ਪਤਾ ਹੈ ਵੀ ਪੇਪਰ 'ਚ 80% ਬੇਸਿਕ ਮੈਥਸ ਆਣਾ, ਐਡਵਾਂਸ 20% ਆਣਾ, ਤੁਹਾਡੇ 80 ਚੋਂ 80 ਆਇਆ, ਪੇਪਰ ਕੁਆਲੀਫਾਈ। ਹਰ ਸਬਜੈਕਟ ਦੇ ਵਿੱਚ ਇਸ ਤਰ੍ਹਾਂ ਹੈ। ਪੋਲਿਟੀ ਪੜ੍ਹ ਰਹੇ ਹੋ, ਪੋਲਿਟੀ ਦੇ ਵਿੱਚ ਵੀ ਇਸ ਤਰ੍ਹਾਂ ਹੈਗਾ, 80% ਚੀਜ਼ਾਂ ਬੇਸਿਕ ਨੇ, 20% ਐਡਵਾਂਸ ਨੇ, ਐਡਵਾਂਸ ਛੱਡ ਹੀ ਦਿਓ। ਹਰ ਸਬਜੈਕਟ ਦੇ ਵਿੱਚ ਇਹ ਚੀਜ਼ ਹੁੰਦੀ ਆ ਵੀ ਫੋਕਸ ਔਨ ਸਿੰਪਲ ਟੌਪਿਕਸ, ਜਿਹੜੀਆਂ ਸਿੰਪਲ ਚੀਜ਼ਾਂ ਨੇ ਉਹਨੂੰ ਚੰਗੀ ਤਰ੍ਹਾਂ ਕਰ ਲਓ, ਉਹਦੇ 'ਚੋਂ ਪੇਪਰ 'ਚ ਮੈਕਸਿਮਮ ਆਣਾ, ਉਹਦੇ 'ਚੋਂ ਤੁਹਾਡਾ ਕੁਝ ਵੀ ਗਲਤ ਨਹੀਂ ਹੋਣਾ ਚਾਹੀਦਾ। ਡਿਫਿਕਲਟ ਟੌਪਿਕ ਕਰੋ ਹੀ ਨਾ, ਮੈਂ ਇਹ ਨਹੀਂ ਕਹਿ ਰਿਹਾ ਕਿ ਡਿਫਿਕਲਟ ਟੌਪਿਕ ਨੂੰ ਇੱਕ ਵਾਰ ਕਰ ਲਓ, 2 ਵਾਰ ਕਰ ਲਓ, ਕਰੋ ਹੀ ਨਾ, ਬਟ ਸਿੰਪਲ ਇਸ ਤਰ੍ਹਾਂ ਕਰੋ, ਉਹ ਨਹੀਂ ਗਲਤ ਹੋਣਾ ਚਾਹੀਦਾ। ਮੈਮਰੀ ਮੈਥਡਸ ਲਿਮਿਟਿਡ, ਦੇਖੋ ਮੈਮਰੀ ਮੈਥਡਸ ਵੈਸੇ ਜਿਹੜਾ ਹੈਗਾ ਸਾਡਾ ਮੇਨ ਹੈਗਾ ਵੀ ਐਨ ਇੰਸਟੀਟਿਊਟ ਨੋਨ ਫॉर ਇੰਟਰਸਟਿੰਗ ਲਰਨਿੰਗ ਮੈਥਡਸ, ਸੰਧੀਸ ਇੰਸਟੀਟਿਊਟ, ਐਨ ਇੰਸਟੀਟਿਊਟ ਨੋਨ ਫॉर ਲਰਨਿੰਗ ਮੈਥਡਸ ਜਾਂ ਇੰਟਰਸਟਿੰਗ ਲਰਨਿੰਗ ਮੈਥਡਸ। ਹੁਣ ਸਾਡੇ ਕੋਲ ਕੀ ਹੈਗੀ ਜੀ ਸਪੈਸ਼ਲਿਟੀ, ਜਿੰਨਾ ਵੀ ਆਪਣਾ ਸਿਲੇਬਸ ਹੈਗਾ, ਮੈਕਸਿਮਮ ਸਿਲੇਬਸ ਜਿੰਨਾ ਵੀ ਹੈਗਾ, ਜਿੰਨਾ ਵੀ ਤੁਸੀਂ ਪੜ੍ਹਦੇ ਹੋ, ਜੋ ਵੀ ਰਿਪੀਟਿਡ ਸਿਲੇਬਸ ਹੈਗਾ ਉਵੇਂ ਕਹਿ ਲਓ, ਉਹਦੇ ਲਰਨਿੰਗ ਮੈਥਡਸ ਹੈਗੇ ਨੇ, ਮੈਮਰੀ ਮੈਥਡਸ ਹੈਗੇ ਨੇ, ਜਿਹਦੇ ਨਾਲ ਚੀਜ਼ਾਂ ਜਲਦੀ ਯਾਦ ਹੋ ਜਾਂਦੀਆਂ ਨੇ। ਬਟ ਫਿਰ ਅਸੀਂ ਕੀ ਕਰਦੇ ਹਾਂ, ਨਾਲ ਇਹ ਵੀ ਕਹਿੰਦੇ ਵੀ ਮੈਮਰੀ ਮੈਥਡਸ ਲਿਮਿਟਿਡ ਹੋਣੇ ਚਾਹੀਦੇ ਨੇ। ਹੁਣ ਜੇ ਤੁਸੀਂ ਹਰ ਚੀਜ਼ ਤੇ ਮੈਮਰੀ ਮੈਥਡ ਲਾਓਗੇ ਤਾਂ ਤੁਹਾਡਾ ਮੈਮਰੀ ਮੈਥਡਸ ਹੀ ਇੰਨੇ ਜ਼ਿਆਦਾ ਹੋ ਜਾਣਗੇ, ਉਹਨਾਂ ਸਿਲੇਬਸ ਨਹੀਂ ਹੋਏਗਾ। ਇਨ ਸਿੰਪਲੈਸਟ ਵੇ ਮੈਂ ਕਹਿਣਾ ਇਹ ਚਾਹਨਾ ਵੀ ਤੁਸੀਂ ਮੈਮਰੀ ਮੈਥਡਸ ਇੱਕ ਲਾਸਟ ਆਪਸ਼ਨ ਰੱਖੋ। ਪਹਿਲਾਂ ਜੇ ਜਨਰਲ ਵੇ 'ਚ ਤੁਹਾਨੂੰ ਚੀਜ਼ ਯਾਦ ਹੋ ਰਹੀ ਹੈ, ਸਮਝ ਆ ਰਹੀ ਹੈ, ਕਰ ਪਾ ਰਹੇ ਹੋ ਤਾਂ ਇਟਸ ਓਕੇ। ਜੇ ਤੁਹਾਡੇ ਤੋਂ ਹੋ ਹੀ ਨਹੀਂ ਰਿਹਾ ਫਿਰ ਤੁਸੀਂ ਮੈਮਰੀ ਮੈਥਡ ਬਣਾਓ ਜਾਂ ਕਿਸੇ ਤੋਂ ਮੰਗਵਾਓ ਮਤਲਬ ਤੁਸੀਂ ਸਾਨੂੰ WhatsApp ਕਰ ਸਕਦੇ ਆ, ਤੁਹਾਨੂੰ ਉਹਦਾ ਮੈਮਰੀ ਮੈਥਡ ਮਿਲ ਜਾਏਗਾ। ਉਸ ਤੋਂ ਬਾਅਦ ਹੈਗਾ ਹਾਊ ਟੂ ਅਟੈਂਪਟ ਕੁਐਸਚਨਸ ਦੈਟ ਯੂ ਡੋਂਟ ਅੰਡਰਸਟੈਂਡ। ਤਾਂ ਪੇਪਰ ਦੇ ਵਿੱਚ ਜਿਹੜਾ ਹੈਗਾ ਜਿੰਨਾ ਮਰਜੀ, ਜਿੱਥੋਂ ਮਰਜੀ, ਜਿਵੇਂ ਮਰਜੀ, ਜੋ ਮਰਜੀ ਪੜ੍ਹ ਲਓ, ਕੁਐਸਚਨਸ ਐਸੇ ਆਣੇ ਨੇ ਇਸ ਤਰ੍ਹਾਂ ਦੇ ਕਿ ਜਿਹੜੇ ਤੁਹਾਨੂੰ ਨਹੀਂ ਆਉਂਦੇ ਹੋਣਗੇ। ਉਦੋਂ ਤੁਹਾਡੇ ਕੋਲ 2-3 ਆਪਸ਼ਨਸ ਹੁੰਦੇ ਨੇ। ਇੱਕ ਤਾਂ ਆਪਸ਼ਨ ਹੁੰਦਾ ਵੀ ਤੁਸੀਂ ਛੱਡ ਦੋਗੇ, ਇੱਕ ਆਪਸ਼ਨ ਹੈਗਾ ਵੀ ਤੁਸੀਂ ਰੈਂਡਮ ਤੁੱਕਾ ਮਾਰੋਗੇ ਵੀ ਆਹ ਸਹੀ ਲੱਗ ਰਿਹਾ ਚਲੋ ਲਾਤਾ। ਪਰ ਇੱਕ ਚੀਜ਼ ਹੁੰਦੀ ਹੈ ਜਿਹੜੀ ਕਰਨੀ ਚਾਹੀਦੀ ਹੈ, ਉਹ ਕੀ ਹੈਗੀ ਹੈ ਵੀ ਤੁਸੀਂ ਜਿਹੜਾ ਹੈਗਾ ਇੰਟੈਲੀਜੈਂਸ ਗੈਸ ਲਾਣਾ। ਹੁਣ ਇੰਟੈਲੀਜੈਂਸ ਗੈਸ ਕੀ ਚੀਜ਼ ਹੈ ਜੀ, ਕੁਝ ਵੀ ਨਹੀਂ ਹੈ, ਸਿਰਫ ਐਕਸਪੀਰੀਅੰਸ ਬੇਸਡ ਕੁਐਸਚਨਸ ਨੇ, ਐਕਸਪੀਰੀਅੰਸ ਬੇਸਡ ਚੀਜ਼ਾਂ ਨੇ ਵੀ ਜਦੋਂ ਐਵੇਂ ਹੁੰਦਾ ਤਾਂ ਇਹਦਾ ਆਨਸਰ ਇਹ ਹੋਏਗਾ, ਜਦੋਂ ਉਵੇਂ ਹੁੰਦਾ ਤਾਂ ਉਹਦਾ ਆਨਸਰ ਉਹ ਹੋਏਗਾ। ਉਸ ਤਰ੍ਹਾਂ ਦੀਆਂ 50-60 ਚੀਜ਼ਾਂ ਹੈਗੀਆਂ ਨੇ, ਉਹਦਾ ਵੀ ਆਪਣਾ ਲੈਕਚਰ ਹੈਗਾ ਇੱਕ ਪ੍ਰੋਪਰ ਵੀ ਜਦੋਂ ਆਪਸ਼ਨਸ ਦੇ ਵਿੱਚ ਪ੍ਰੈਜ਼ੀਡੈਂਟ ਹੁੰਦਾ ਤਾਂ ਪ੍ਰੈਫਰੈਂਸ ਤੇ ਪ੍ਰੈਜ਼ੀਡੈਂਟ ਲਾ ਦਿਓ, ਸਟੇਟਸ ਦੀ ਗੱਲ ਹੋ ਰਹੀ ਹੈ ਤਾਂ ਕੇਰਲਾ ਲਾ ਦਿਓ, ਟੈਕਨੋਲੋਜੀ ਦੀ ਗੱਲ ਹੋ ਰਹੀ ਹੈ ਤਾਂ ਚਾਈਨਾ ਲਾ ਦਿਓ। ਇਸ ਤਰ੍ਹਾਂ ਦੇ 50-60 ਚੀਜ਼ਾਂ ਹੈਗੀਆਂ ਨੇ ਜਿਨ੍ਹਾਂ ਨਾਲ ਕੁਐਸਚਨ ਸਹੀ ਹੋਣ ਦੀ ਪੋਸਿਬਿਲਿਟੀ ਬਹੁਤ ਜ਼ਿਆਦਾ ਇਨਕਰੀਜ਼ ਹੋ ਜਾਂਦੀ ਹੈ। ਉਹ ਵੀ ਕੀ ਹੈਗਾ ਪ੍ਰੀਵੀਅਸ ਈਅਰ ਕੁਐਸਚਨ ਬੇਸਡ ਜਿਹੜੇ ਉਹਨਾਂ ਦੇ ਆਨਸਰਸ ਨੇ ਉਹਨਾਂ ਦੇ ਬੇਸ ਜਿਹੜਾ ਹੈਗਾ ਉਹ ਤਿਆਰ ਕੀਤਾ ਹੋਇਆ ਸਾਰਾ ਡਾਟਾ। ਤਾਂ ਤੁਸੀਂ ਉਸ ਟਾਈਮ ਦੇ ਉੱਤੇ ਇੰਟੈਲੀਜੈਂਸ ਗੈਸ ਲਾਣਾ ਹੈ, ਇਹਦੇ ਨਾਲ ਤੁਹਾਡਾ ਜਿਹੜਾ ਹੈਗਾ ਫਾਈਨਲ ਮਾਰਕਸ ਦੇ ਵਿੱਚ ਬਹੁਤ ਡਿਫਰੈਂਸ ਆ ਜਾਏਗਾ। ਡੂ ਰੈਂਡਮ ਸਟੱਡੀ ਆਲਸੋ। ਹੁਣ ਦੇਖੋ ਸਟੂਡੈਂਟਸ ਕੀ ਕਰਦੇ ਨੇ, ਅੱਜ ਅਸੀਂ ਸਾਰਾ ਦਿਨ ਪੋਲਿਟੀ ਪੜਾਂਗੇ, ਕੱਲ ਅਸੀਂ ਹਿਸਟਰੀ ਪੜਾਂਗੇ, ਫਿਰ ਅਸੀਂ ਜਿਹੜਾ ਹੈਗਾ ਇਹ ਪੜਾਂਗੇ, ਫਿਰ ਉਹ ਮਤਲਬ ਉਹ ਕੀ ਕਰ ਰਹੇ ਨੇ ਇੱਕ ਆਰਡਰ ਚੱਲ ਰਹੇ ਨੇ, ਪਹਿਲਾਂ 2 ਘੰਟੇ ਪੜਾਂਗੇ ਫਿਰ 3 ਘੰਟੇ ਪੜਾਂਗੇ। ਬਟ ਕਈ ਵਾਰ ਕੀ ਹੁੰਦਾ ਹੈ ਪੇਪਰ ਦੇ ਵਿੱਚ ਕੁਐਸਚਨਸ ਕਿਸ ਤਰ੍ਹਾਂ ਦੇ ਆਉਂਦੇ ਨੇ, ਪਹਿਲਾਂ 3 ਕੁਐਸਚਨ ਇੰਗਲਿਸ਼ ਦੇ ਆਏ, ਫਿਰ 2 ਕੁਐਸਚਨ ਮੈਥਸ ਦੇ ਆ ਗਏ, ਫਿਰ 3 ਕੁਐਸਚਨ ਰੀਜ਼ਨਿੰਗ ਦੇ ਆ ਗਏ, ਫਿਰ 5 ਕੁਐਸਚਨ ਇਹਦੇ ਆ ਗਏ, ਫਿਰ 4 ਕੁਐਸਚਨ ਇਹਦੇ ਆ ਗਏ, 10 ਕੁਐਸਚਨ ਇਹਦੇ ਆ ਗਏ। ਸਬਜੈਕਟਸ ਚੇਂਜ ਹੁੰਦੇ ਰਹਿੰਦੇ ਨੇ। ਤਾਂ ਤੁਹਾਡਾ ਸਟੱਡੀ ਦਾ ਪੈਟਰਨ ਵੀ ਮੈਂ ਇਹ ਨਹੀਂ ਕਹਿੰਦਾ ਡੇਲੀ, ਬਟ ਐਟਲੀਸਟ ਵੀਕ ਦੇ ਵਿੱਚ 2 ਜਾਂ 3 ਦਿਨ ਇਸ ਤਰ੍ਹਾਂ ਹੋਣਾ ਚਾਹੀਦਾ ਵੀ ਤੁਸੀਂ ਪਹਿਲਾਂ 10 ਕੁਐਸਚਨ ਇਹਦੇ ਪੜ੍ਹੇ, ਥੋੜਾ ਜਿਹਾ ਡਾਟਾ ਉਹਦਾ ਪੜ੍ਹਿਆ, ਥੋੜਾ ਜਿਹਾ ਡਾਟਾ ਉਹਦਾ ਪੜ੍ਹਿਆ, ਵੀ ਮਿਕਸ ਸਟੱਡੀ ਕਰ ਰਹੇ ਹੋ, ਵਿੱਚ ਹੀ ਪੋਲਿਟੀ ਪੜ੍ਹ ਰਹੇ ਹੋ, ਵਿੱਚ ਹੀ ਹਿਸਟਰੀ ਪੜ੍ਹ ਰਹੇ ਹੋ, ਵਿੱਚ ਹੀ ਜੀਓਗ੍ਰਾਫੀ, ਵਿੱਚ ਹੀ ਮੈਥਸ, ਵਿੱਚ ਹੀ ਰੀਜ਼ਨਿੰਗ, ਫਿਰ ਮੈਥਸ, ਫਿਰ ਹਿੰਦੀ, ਫਿਰ ਇੰਗਲਿਸ਼, ਫਿਰ ਇਹ ਫਿਰ ਉਹ। ਤਾਂ ਉਹ ਮਿਕਸ ਸਟੱਡੀ ਨਾਲ ਤੁਹਾਡਾ ਬ੍ਰੇਨ ਉਸ ਤਰ੍ਹਾਂ ਵਰਕ ਕਰਨਾ ਸ਼ੁਰੂ ਕਰ ਦਿੰਦਾ। ਨਹੀਂ ਤਾਂ ਤੁਸੀਂ ਜਿਹੜਾ ਹੈਗਾ ਕਿਸ ਤਰ੍ਹਾਂ ਕਰਦੇ ਹੋ ਵੀ ਹਾਂ ਪਹਿਲਾਂ 20 ਕੁਐਸਚਨ ਮੈਥ ਦੇ ਸੋਲਵ ਕਰ ਲਓਗੇ, ਫਿਰ 20 ਕੁਐਸਚਨ ਰੀਜ਼ਨਿੰਗ ਸੋਲਵ ਕਰ ਲਓਗੇ, ਉਸ ਤਰ੍ਹਾਂ ਕਰ ਲਓਗੇ। ਤਾਂ ਇਹ ਚੀਜ਼ ਨੂੰ ਵੀ ਸਟੂਡੈਂਟਸ ਇਗਨੋਰ ਕਰਦੇ ਨੇ। ਇਹ ਛੋਟੀਆਂ ਚੀਜ਼ਾਂ ਨੇ ਜਿਹਦੇ ਉੱਤੇ ਫੋਕਸ ਕਰਨਾ ਬਹੁਤ ਇੰਪੋਰਟੈਂਟ ਹੈ, ਇਹਦੇ ਵੱਲ ਕੋਈ ਧਿਆਨ ਹੀ ਨਹੀਂ ਦੇ ਰਿਹਾ।
ਜ਼ਿਆਦਾਤਰ ਸਿਸਟਮ ਦੇ ਵਿੱਚ ਕੀ ਚੱਲ ਰਿਹਾ ਜੀ, ਸਿਲੇਬਸ, ਕੁਐਸਚਨਸ, ਪ੍ਰੈਕਟਿਸ, ਰਿਵੀਜ਼ਨ। ਜਿਹੜੀਆਂ ਮੇਨ ਟ੍ਰਿਕਸ ਨੇ, ਜਿਹਨੂੰ ਤੁਸੀਂ ਟ੍ਰਿਕਸ ਕਹਿੰਦੇ ਹੋ, ਵੈਸੇ ਟ੍ਰਿਕਸ ਨਹੀਂ ਇਹ, ਐਕਸਪੀਰੀਅੰਸ ਬੇਸਡ ਗੱਲਾਂ ਨੇ, ਇਹ ਚੀਜ਼ਾਂ ਨੇ ਜਿਨ੍ਹਾਂ ਤੇ ਫੋਕਸ ਕਰਨਾ ਚਾਹੀਦਾ, ਪੁਆਇੰਟਸ ਨੇ। ਹੁਣ ਉਹ ਚੀਜ਼ ਹੈਗੀ ਆ। ਉਸ ਤੋਂ ਬਾਅਦ ਕੀ ਹੈਗਾ ਜੀ, ਵੈਰੀ ਮਚ ਕੇਅਰਫੁਲ ਅਬਾਊਟ ਟਾਈਮ ਵਾਈਲ ਰੀਡਿੰਗ ਕਰੰਟ ਅਫੇਅਰਸ। ਬਹੁਤ ਹੀ ਇੰਪੋਰਟੈਂਟ ਚੀਜ਼ ਹੈ ਜੀ। ਜਦੋਂ ਤੁਸੀਂ ਕਰੰਟ ਅਫੇਅਰਸ ਕਰਦੇ ਹੋ ਜਾਂ ਪੜ੍ਹਦੇ ਹੋ, ਉਦੋਂ ਤੁਸੀਂ ਆਪਣਾ ਬਹੁਤ ਟਾਈਮ ਵੇਸਟ ਕਰਦੇ ਹੋ। ਉਹਦੇ ਵਿੱਚ ਸਟੂਡੈਂਟਸ ਨੂੰ ਬਹੁਤ ਡਾਊਟਸ ਆਉਂਦੇ ਨੇ ਵੀ ਅਸੀਂ ਕਰੰਟ ਅਫੇਅਰਸ ਕਿੱਥੋਂ ਕਰੀਏ, ਕਿਵੇਂ ਕਰੀਏ, ਕਿੰਨੇ ਪੜ੍ਹੀਏ, ਯਾਦ ਕਿਵੇਂ ਕਰੀਏ। ਇਸ ਤਰ੍ਹਾਂ ਦੇ ਬਹੁਤ ਕੁਐਸਚਨਸ ਹਰ ਪੇਪਰ 'ਚ ਬਣੇ ਰਹਿੰਦੇ ਨੇ। ਕਿੱਥੋਂ ਆਏਗਾ ਪੇਪਰ, ਕਿਸ ਤਰ੍ਹਾਂ ਦੇ ਕੁਐਸਚਨਸ ਆਣਗੇ। ਤਾਂ ਉਹਦੇ ਲਈ ਇੱਕ ਪਾਰਟਿਕੂਲਰ ਵੀਡੀਓ ਜਿਹੜੀ ਹੈਗੀ ਆ ਉਹ ਸਟੱਡੀ ਸੋਲੂਸ਼ਨ ਦੇ ਉੱਤੇ ਅਪਲੋਡ ਕੀਤੀ ਹੋਈ ਹੈ, ਉਹ ਜ਼ਰੂਰ ਤੁਸੀਂ ਇੱਕ ਵਾਰ ਦੇਖ ਸਕਦੇ ਹੋ। ਠੀਕ ਹੈ, ਤਾਂ ਜ਼ਰੂਰ ਉਹਨੂੰ ਦੇਖਿਓ ਇੱਕ ਵਾਰ, ਬਹੁਤ ਜ਼ਿਆਦਾ ਹੈਲਪਫੁਲ ਰਹੇਗੀ। ਤਾਂ ਜਦੋਂ ਕਰੰਟ ਅਫੇਅਰਸ ਪੜ੍ਹਨੇ ਹੁੰਦੇ ਨੇ, ਟਾਈਮ ਸੇਵਿੰਗ ਬਹੁਤ ਇੰਪੋਰਟੈਂਟ ਰਹਿੰਦੀ ਹੈ। ਮਿਸਲੇਨੀਅਸ ਜੀਕੇ ਲਿਮਿਟਿਡ, ਇਹ ਵੀ ਬਹੁਤ ਇੰਪੋਰਟੈਂਟ ਹੈ। ਕੰਪੀਟੀਟਿਵ ਐਗਜ਼ਾਮਸ ਦੀ ਤਿਆਰੀ ਕਰ ਰਹੇ ਹੋ ਸਟੂਡੈਂਟਸ, ਜਿਹੜੇ ਵੀ ਸੋਰਸ ਤੋਂ, ਕਿਸੇ ਵੀ ਸੋਸ਼ਲ ਮੀਡੀਆ ਤੋਂ, ਕਿਤੋਂ ਵੀ ਉਹਨੂੰ ਕੋਈ ਕੁਐਸਚਨ ਮਿਲਦਾ, ਉਹਦੇ ਬੈਕ ਆਫ ਦਾ ਮਾਈਂਡ ਆਉਂਦਾ ਯਾਰ ਇੰਪੋਰਟੈਂਟ ਕੁਐਸਚਨ ਹੈ, ਕਿਤੇ ਪੇਪਰ 'ਚ ਨਾ ਆ ਜਾਏ। ਪੂਰੀਆਂ ਬੁੱਕਸ ਪੜ੍ਹ ਰਹੇ ਨੇ, ਇੰਨੀਆਂ ਵੱਡੀਆਂ ਬੁੱਕਸ ਪੜ੍ਹ ਰਹੇ ਨੇ ਸਟੈਟਿਕ ਜੀਕੇ ਦੇ ਲਈ, ਉਹ ਇੱਕ ਬਹੁਤ ਵੱਡੀ ਗਲਤੀ ਹੈ। ਮਿਸਲੇਨੀਅਸ ਜੀਕੇ ਬਹੁਤ ਹੀ ਲਿਮਿਟਿਡ ਪੜ੍ਹਨੀ ਚਾਹੀਦੀ ਹੈ, ਛੱਡ ਵੀ ਸਕਦੇ ਹੋ। ਮਿਸਲੇਨੀਅਸ ਜੀਕੇ ਤਾਂ ਮੈਂ ਕਹਿ ਰਿਹਾ ਪੜ੍ਹਨੀ ਚਾਹੀਦੀ ਹੈ ਲਿਮਿਟਿਡ, ਕਿਉਂਕਿ ਇਹਦਾ ਅੰਤ ਹੀ ਨਹੀਂ ਹੈ ਕੋਈ। ਹੋ ਸਕਦਾ ਤੁਸੀਂ 5000 ਕੁਐਸਚਨ ਪੜ੍ਹ ਜਾਓ, ਉਹ 'ਚੋਂ ਇੱਕ ਵੀ ਕੁਐਸਚਨ ਨਾ ਆਵੇ। ਹੋ ਸਕਦਾ ਤੁਸੀਂ 5 ਕੁਐਸਚਨ ਪੜ੍ਹ ਲਓ, 5 ਆ ਜਾਣ। ਤਾਂ ਇਹ ਜਿਹੀਆਂ ਚੀਜ਼ਾਂ ਨਹੀਂ ਪੜ੍ਹਨੀਆਂ ਚਾਹੀਦੀਆਂ। ਜਦੋਂ ਇਸ ਤਰ੍ਹਾਂ ਦਾ ਡਾਟਾ ਹੋਵੇ ਉਦੋਂ ਨਹੀਂ ਪੜ੍ਹਨਾ ਚਾਹੀਦਾ। ਤਾਂ ਮਿਸਲੇਨੀਅਸ ਜੀਕੇ ਤੁਸੀਂ ਸਮਝਦੇ ਹੋਵੋਗੇ ਕੀ ਹੁੰਦੀ ਹੈ ਜੀ, ਸਟੈਟਿਕ ਜੀਕੇ। ਐਕਸੈਪਸ਼ਨਸ ਆਲਸੋ ਇੰਪੋਰਟੈਂਟ ਜਾਂ ਆਲਵੇਜ਼ ਇੰਪੋਰਟੈਂਟ। ਐਕਸੈਪਸ਼ਨਸ ਹਮੇਸ਼ਾ ਇੰਪੋਰਟੈਂਟ ਹੁੰਦੀਆਂ ਨੇ, ਚਾਹੇ ਤੁਸੀਂ ਕੈਮਿਸਟਰੀ ਪੜ੍ਹ ਰਹੇ ਹੋ, ਚਾਹੇ ਤੁਸੀਂ ਹਿਸਟਰੀ ਪੜ੍ਹ ਰਹੇ ਹੋ, ਚਾਹੇ ਜਿਹੜਾ ਮਰਜ਼ੀ ਸਬਜੈਕਟ ਪੜ੍ਹ ਰਹੇ ਹੋ, ਚਾਹੇ ਕਰੰਟ ਅਫੇਅਰਸ ਪੜ੍ਹ ਰਹੇ ਹੋ। ਜਿੱਥੇ ਐਕਸੈਪਸ਼ਨਸ ਆ ਗਈਆਂ ਵੀ ਪਹਿਲੀ ਵਾਰ ਹੋਇਆ, ਫਰਸਟ ਵੂਮਨ ਬਣੀ ਹੈ, ਲਾਰਜੈਸਟ ਹੈ, ਹਾਈਐਸਟ ਹੈ, ਜਿਹਨੂੰ ਸੁਪਰਲੇਟਿਵ ਕਹਿ ਦਿੰਦੇ ਇਸ ਕੇਸ 'ਚ, ਤਾਂ ਉਹ ਚੀਜ਼ਾਂ ਹਮੇਸ਼ਾ ਇੰਪੋਰਟੈਂਟ ਰਹਿੰਦੀਆਂ ਨੇ। ਹੁਣ ਆ ਗਿਆ ਜੀ ਸਭ ਤੋਂ ਜ਼ਿਆਦਾ ਇੰਪੋਰਟੈਂਟ ਚੀਜ਼, ਮੈਂ ਫੇਰ ਰਿਪੀਟ ਕਰਾਂਗਾ, ਬਹੁਤ ਹੀ ਇੰਪੋਰਟੈਂਟ ਚੀਜ਼। ਉਹ ਇਹ ਹੈਗੀ ਹੈ ਵੀ ਆਲਵੇਜ਼ ਥਿੰਕ ਵਾਟ ਕੈਨ ਬੀ ਦਾ ਕੁਐਸਚਨ। ਇਹ ਸਟੂਡੈਂਟਸ ਕਦੇ ਨਹੀਂ ਕਰਦੇ। ਮੈਂ ਚੈਲੰਜ ਕਰ ਸਕਦਾ ਜੀ, ਮਤਲਬ ਮੇਰਾ ਐਕਸਪੀਰੀਅੰਸ ਬੋਲਦਾ ਇਹ ਚੀਜ਼ ਨੂੰ ਕਿ ਮੈਕਸਿਮਮ ਸਟੂਡੈਂਟਸ ਇਹ ਚੀਜ਼ ਨਹੀਂ ਕਰਦੇ, ਜਾਂ ਕਹਿ ਲਓ ਕਿ ਨਾ ਦੇ ਬਰਾਬਰ ਇਹ ਸਟੂਡੈਂਟਸ ਇਹ ਚੀਜ਼ ਫੋਲੋ ਮੇ ਵੀ ਕਰਦੇ ਹੋਣ, ਕਿਉਂਕਿ ਮੈਨੂੰ ਤਾਂ ਬਹੁਤ ਹੀ ਰੇਅਰ ਸਟੂਡੈਂਟਸ ਐਸੇ ਮਿਲੇ ਨੇ ਜਿਹੜੇ ਇਸ ਚੀਜ਼ ਨੂੰ ਫੋਲੋ ਕਰਦੇ ਸੀ। ਤਾਂ ਇਹਦੇ ਵਿੱਚ ਕੀ ਹੈ, ਚਾਹੇ ਤੁਸੀਂ 2 ਵਰਡਸ ਪੜ੍ਹ ਰਹੇ ਹੋ, ਚਾਹੇ ਤੁਸੀਂ 2 ਸੈਂਟੈਂਸਿਸ ਪੜ੍ਹ ਰਹੇ ਹੋ, ਚਾਹੇ 2 ਪੈਰਾਗ੍ਰਾਫਸ ਪੜ੍ਹ ਰਹੇ ਹੋ, 2 ਕਿਤਾਬਾਂ ਪੜ੍ਹ ਰਹੇ ਹੋ, ਕੁਝ ਵੀ ਪੜ੍ਹ ਰਹੇ ਹੋ, ਜਿੰਨਾ ਮਰਜ਼ੀ ਡਾਟਾ ਪੜ੍ਹ ਰਹੇ ਹੋ, ਉਹਨੂੰ ਖਤਮ ਉਦੋਂ ਕਰਨਾ ਜਦੋਂ ਤੁਹਾਨੂੰ ਇਹ ਪਤਾ ਲੱਗ ਗਿਆ ਵੀ ਇਸ ਦੇ ਵਿੱਚੋਂ ਕੰਪੀਟੀਟਿਵ ਐਗਜ਼ਾਮ ਦੀ ਜਿਹੜੀ ਤੁਸੀਂ ਤਿਆਰੀ ਕਰ ਰਹੇ ਹੋ ਉਹ 'ਚ ਕੁਐਸਚਨ ਕੀ ਆਣਾ। ਇੰਨਾ ਕਿ ਡਾਟਾ ਪੜਿਆ, ਉਹ 'ਚ ਦੇਖੋ ਵੀ ਹਾਂ ਇਹ ਕੁਐਸਚਨ ਬਣ ਸਕਦਾ ਹੈ, ਇਹ ਕੁਐਸਚਨ ਬਣ ਸਕਦਾ ਹੈ, ਇਹ ਕੁਐਸਚਨ ਬਣ ਸਕਦਾ ਹੈ। ਇਹ ਐਕਟੀਵਿਟੀ ਜ਼ਰੂਰ ਕਰਨੀ ਹੈ, ਤਾਂ ਤੁਹਾਡਾ ਮੰਨਿਆ ਜਾਊਗਾ ਵੀ ਤੁਸੀਂ ਜੋ ਪੜ੍ਹ ਰਹੇ ਹੋ ਸਹੀ ਪੜ੍ਹ ਰਹੇ ਹੋ। ਜੇ ਤੁਸੀਂ ਇਹ ਐਕਟੀਵਿਟੀ ਇਗਨੋਰ ਕਰਤੀ ਜਾਂ ਮਿਸ ਕਰਤੀ, ਜਿਹੜੀ ਕਿ ਤੁਸੀਂ ਮੈਕਸਿਮਮ ਟਾਈਮ ਕਰਦੇ ਹੋ, ਤੁਸੀਂ ਕੀ ਕਰਦੇ ਹੋ, ਕੋਈ ਡਾਟਾ ਪੜਿਆ, ਚਲੋ ਜੀ ਸਮਝ ਆ ਗਿਆ, ਠੀਕ ਹੈ, ਅਗਲਾ ਡਾਟਾ ਪੜਿਆ, ਸਮਝ ਨਹੀਂ ਆਇਆ, ਦੁਬਾਰਾ ਪੜ੍ਹ ਲਿਆ, ਸਮਝ ਆ ਗਿਆ, ਚਲੋ ਜੀ ਠੀਕ ਹੈ। ਇਸ ਚੀਜ਼ ਤੇ ਤੁਸੀਂ ਵਰਕ ਨਹੀਂ ਕਰਦੇ ਵੀ ਕੁਐਸਚਨ ਕੀ ਬਣੇਗਾ। ਕੁਐਸਚਨ ਤੁਹਾਡੇ ਸਾਹਮਣੇ ਹੈਗਾ, ਆਨਸਰ ਪੜ੍ਹ ਲਿਆ, ਯਾਦ ਹੋ ਗਿਆ, ਚਲੋ ਛੱਡਤਾ। ਤੁਸੀਂ ਇਹ ਨਹੀਂ ਪੜ੍ਹਦੇ ਵੀ ਇਹ ਕੁਐਸਚਨ ਚੋਂ ਇੱਕ ਹੋਰ ਕੁਐਸਚਨ ਕੀ ਬਣ ਸਕਦਾ ਹੈ। ਦੇਖੋ ਇਹ ਐਕਟੀਵਿਟੀ ਨੂੰ ਟਾਈਮ ਤਾਂ ਲੱਗੇਗਾ, ਬਟ ਇਹ ਇੰਪੋਰਟੈਂਟ ਹੈ। ਫਿਰ ਤੁਹਾਨੂੰ ਇਹ ਨਹੀਂ ਹੋਊਗਾ ਵੀ ਯਾਰ ਇਸ ਕੁਐਸਚਨ ਦਾ ਮੈਨੂੰ ਇਹ ਤਾਂ ਆਉਂਦਾ ਸੀ, ਪਰ ਇਹ ਐਵੇਂ ਪੁੱਛ ਲਿਆ ਕੁਐਸਚਨ ਉਲਟਾ ਕੇ ਤਾਂ ਨਹੀਂ ਮੈਨੂੰ ਆਉਂਦਾ ਸੀ, ਉਹ ਇਹਦਾ ਇਹ ਤਾਂ ਪੜ੍ਹਿਆ ਹੀ ਨਹੀਂ। ਫਿਰ ਉਹ ਗੱਲਾਂ ਨਹੀਂ ਹੋਣਗੀਆਂ। ਤਾਂ ਇਹ ਚੀਜ਼ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ, ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਇਹਨੂੰ ਟਾਈਮ ਲੱਗੇਗਾ ਅਡਾਪਟ ਕਰਨ ਦੇ ਲਈ, ਜਾਂ ਅਸੈਪਟ ਕਰਨ ਦੇ ਲਈ, ਜਾਂ ਫੋਲੋ ਕਰਨਾ ਸਟਾਰਟ ਕਰਨ 'ਚ, ਬਟ ਇਹ ਚੀਜ਼ ਬਹੁਤ ਹੀ ਇਫੈਕਟਿਵ ਰਹੇਗੀ। ਉਸ ਤੋਂ ਬਾਅਦ ਹੈਗਾ ਜੀ ਡੋਂਟਸ। ਤਾਂ ਡੂਜ਼ ਦੇ ਆਪੋਜ਼ਿਟ ਹੀ ਡੋਂਟਸ ਹੁੰਦੇ ਨੇ, ਫਿਰ ਵੀ ਇੱਕ ਵਾਰ ਕਰ ਲੈਂਦੇ ਆ। ਨੋ ਵੇਸਟੇਜ ਆਫ ਟਾਈਮ ਇਨ ਮੇਕਿੰਗ ਨੋਟਸ। ਬਿਨਾਂ ਮਤਲਬ ਤੋਂ ਨੋਟਸ ਬਣਾਈ ਜਾ ਰਹੇ ਨੇ ਬੱਚੇ, ਨੋਟਸ ਨੂੰ ਦੇਖ ਕੇ ਨੋਟਸ ਬਣਾਈ ਜਾ ਰਹੇ ਨੇ। ਤੁਸੀਂ ਇੰਨਾ ਆਪਣਾ ਟਾਈਮ ਵੇਸਟ ਕਰ ਰਹੇ ਹੋ ਜੀ ਨੋਟਸ ਬਣਾਉਣ ਤੇ, ਕਿ ਬਹੁਤ ਹੀ ਵੱਡੀ ਗਲਤੀ ਹੈ।
ਨੋਟਸ ਬਣਾਉਣ ਦੇ ਲਈ ਇੰਨੇ ਵਧੀਆ ਵਧੀਆ ਇੰਸਟੀਚਿਊਟਸ ਹੈਗੇ ਨੇ, ਉਹਨਾਂ ਦਾ ਕੰਮ ਹੀ ਨੋਟਸ ਬਣਾਉਣਾ ਹੈ। ਤੁਸੀਂ ਉਹਨਾਂ ਦੇ ਨੋਟਸ ਨੂੰ ਦੇਖ ਕੇ ਵੀ ਆਪਣਾ ਨੋਟਸ ਬਣਾ ਰਹੇ ਹੋ, ਤਾਂ ਉਹ ਚੀਜ਼ ਅਵੋਇਡ ਕਰੀਦੀ ਹੈ। ਨੈਵਰ ਫੋਕਸ ਔਨ ਅਨਐਕਸਪੈਕਟਿਡ ਕੁਐਸਚਨਸ। ਉਹੀ ਗੱਲ, ਐਵੇਂ ਨਾ ਹੋ ਜੇ, ਉਵੇਂ ਨਾ ਹੋ ਜੇ, ਕੁਐਸਚਨ ਇੱਥੋਂ ਨਾ ਆ ਜੇ, ਐਵੇਂ ਨਾ ਹੋ ਜੇ, ਤਾਂ ਉਹਦੇ ਨਾਲ ਕੀ ਹੈ, ਡਾਟਾ ਇੰਕਰੀਜ਼ ਹੁੰਦਾ ਰਹਿੰਦਾ ਹੈ। ਤਾਂ ਉਸ ਚੀਜ਼ ਤੇ ਕਦੇ ਵੀ ਫੋਕਸ ਨਹੀਂ ਕਰਨਾ ਚਾਹੀਦਾ ਜੀ, ਬਹੁਤ ਹੀ ਇੰਪੋਰਟੈਂਟ ਚੀਜ਼ ਹੈ। ਡੋਂਟ ਡੂ ਅ ਲੋਟ ਆਫ ਪ੍ਰੈਕਟਿਸ ਟੈਸਟ। बहुत ही डिफिकल्ट चीज है एक्सेप्ट करनी, बट बहुत ही इंपॉर्टेंट है ये, बहुत ज्यादा इंपॉर्टेंट है। पर्टिकुलरली पंजाब गवर्नमेंट एग्जाम्स की गल करिए कि थोनू जिहड़ा हैगा टेस्ट या प्रैक्टिस की रिक्वायरमेंट बहुत ही घट है, तो डोंट डू अ लॉट ऑफ प्रैक्टिस। क्यों, थोड़ा जिहा समझते हैं। देखो मेन रीजन की हैगा या मेन की कारण है भी आपां प्रैक्टिस क्यों करते हैं या टेस्ट क्यों दिंदे हैं, ਉਹਦੇ ਨਾਲ बेनिफिट की हुंदा है। ਉਹਦੇ ਨਾਲ ਬੈਨੀਫਿਟ ਹੁੰਦਾ ਜੀ, ਜਦੋਂ ਤੁਸੀਂ ਕੁਐਸਚਨ ਕਰ ਰਹੇ ਹੁੰਦੇ ਹੋ ਪੇਪਰ ਦੇ ਵਿੱਚ ਤੁਹਾਡੇ ਸਾਹਮਣੇ ਕੁਐਸਚਨ ਆਇਆ, ਤੁਹਾਨੂੰ ਕੁਐਸਚਨ ਨੂੰ ਸਮਝਣ ਤੇ ਟਾਈਮ ਨਹੀਂ ਲਾਣਾ ਪਏਗਾ। ਤੁਸੀਂ ਕੁਐਸਚਨ ਨੂੰ ਦੇਖੋਗੇ, ਫ੍ਰੈਕਸ਼ਨ ਆਫ ਸੈਕਿੰਡ ਸਮਝ ਜਾਓਗੇ ਕਿ ਉਹੀ ਕੁਐਸਚਨ ਹੈ, ਨਾਲ ਦੀ ਨਾਲ ਆਨਸਰ ਸਟਾਰਟ ਕਰ ਦੋਗੇ, ਤਾਂ ਟਾਈਮ ਸੇਵ ਹੋ ਜਾਂਦਾ ਹੈ। ਤੁਸੀਂ ਜਦੋਂ ਪ੍ਰੈਕਟਿਸ ਇੰਨੀ ਜ਼ਿਆਦਾ ਕਰ ਲੈਂਦੇ ਹੋ ਤਾਂ ਫਿਰ ਉਹਦੇ ਨਾਲ ਕੀ ਹੁੰਦਾ ਵੀ ਪੇਪਰ ਦੇ ਵਿੱਚ ਕੁਐਸਚਨ ਆਇਆ, ਤੁਹਾਨੂੰ ਥੋੜਾ ਜਿਹਾ ਪੜ੍ਹ ਕੇ ਪਤਾ ਲੱਗ ਜਾਂਦਾ ਵੀ ਹਾਂ ਇਹ ਉਹੀ ਕੁਐਸਚਨ ਹੈ, ਨਾਲ ਦੀ ਨਾਲ ਆਨਸਰ ਸਟਾਰਟ। ਜੇ ਤੁਸੀਂ ਪ੍ਰੈਕਟਿਸ ਨਹੀਂ ਕਰੋਗੇ ਤਾਂ ਕੁਐਸਚਨ ਤੁਹਾਨੂੰ ਉੱਥੇ ਚੰਗੀ ਤਰ੍ਹਾਂ ਪੜ੍ਹਨਾ ਪਏਗਾ, ਸਮਝ ਆਏਗਾ, ਸਮਝ ਕੇ ਫਿਰ ਤੁਸੀਂ ਆਨਸਰ ਸਟਾਰਟ ਕਰੋਗੇ, ਤਾਂ ਉਹ ਟਾਈਮ ਦਾ ਬਸ ਜਿਹੜਾ ਡਿਫਰੈਂਸ ਆ ਜਾਂਦਾ। ਬਟ ਪੰਜਾਬ ਗਵਰਨਮੈਂਟ ਐਗਜ਼ਾਮਸ ਦੇ ਵਿੱਚ ਕੁਐਸਚਨ ਨੂੰ ਸਮਝਣ ਦਾ ਸਫੀਸ਼ੀਐਂਟ ਟਾਈਮ ਹੁੰਦਾ ਹੈ, ਈਵਨ ਕਿ ਕੁਐਸਚਨ ਨੂੰ 2 ਵਾਰ ਪੜ੍ਹਨ ਦਾ ਵੀ ਟਾਈਮ ਹੁੰਦਾ ਹੈ। ਤਾਂ ਕਹਿੰਦੇ ਆ ਵੀ ਤੁਸੀਂ ਜਿਹੜਾ ਹੈਗਾ ਪ੍ਰੈਕਟਿਸ ਤੇ ਟਾਈਮ ਵੇਸਟ ਨਾ ਕਰੋ। ਕਨਸੈਪਟ ਸਮਝ ਆ ਗਿਆ ਤਾਂ ਕੁਐਸਚਨ ਤੁਸੀਂ ਉੱਥੇ ਕਰ ਲਓਗੇ, ਜਿੰਨਾ ਟਾਈਮ ਪ੍ਰੈਕਟਿਸ ਤੇ ਕਰ ਰਹੇ ਹੋ ਉਹਨਾਂ ਜਿਹੜਾ ਹੈਗਾ ਹੋਰ ਡਾਟਾ ਪੜ੍ਹਨ ਤੇ ਲਾ ਦਿਓ, ਹੋਰ ਵਧੀਆ ਕੁਐਸਚਨਸ ਪੜ੍ਹ ਲਓ, ਇੰਪੋਰਟੈਂਟ ਕੁਐਸਚਨਸ ਚੰਗੀ ਤਰ੍ਹਾਂ ਕਰ ਲਓ। ਨੋ ਨੀਡ ਟੂ, ਹਾਂ ਇਹ ਵੀ ਬਹੁਤ ਇੰਪੋਰਟੈਂਟ ਹੈ, ਵੋਕੈਬਲਰੀ, ਫਾਰਮੂਲਾ, ਸਕੇਅਰਸ। ਸਟੂਡੈਂਟਸ ਕੀ ਕਰਦੇ ਆ, ਸਾਈਨੋਨੀਅਮ, ਐਂਟੋਨੀਅਮਸ, ਈਡੀਅਮਸ, ਫਰੇਸਿਸ, ਜਿਹੜੀ ਵੋਕੈਬਲਰੀ ਦਾ ਪਾਰਟ ਹੈ, ਫਾਰਮੂਲਾਸ, ਸਕੇਅਰਸ, ਇਹਨਾਂ ਦੇ ਉੱਤੇ ਬਹੁਤ ਟਾਈਮ ਲਾਉਂਦੇ ਆ ਜੀ। ਇੱਕ ਸਟੂਡੈਂਟਸ ਦੀ ਕਈ ਵਾਰ ਡਿਮਾਂਡ ਹੁੰਦੀ ਹੈ ਸਾਨੂੰ ਵੈਦਿਕ ਮੈਥਸ ਕਰਾ ਦਿਓ। ਦੇਖੋ ਵੈਦਿਕ ਮੈਥਸ ਪਰਸਨਲ ਐਕਸਪੀਰੀਅੰਸ ਨਾਲ ਮੈਂ ਕਹਿ ਰਿਹਾ, ਕੋਈ ਵੀ ਰਿਕੁਆਇਰਮੈਂਟ ਨਹੀਂ ਆਉਂਦੀ ਕੰਪੀਟੀਟਿਵ ਐਗਜ਼ਾਮਸ ਦੇ ਵਿੱਚ। ਮੈਂ ਜਿਹੜਾ ਹੈਗਾ ਜੀ ਉਹਦੀ ਸਰਟੀਫਿਕੇਸ਼ਨ ਕੀਤੀ ਹੋਈ ਹੈ, ਸਰਟੀਫਾਈਡ ਹੈਗਾ ਵੈਦਿਕ ਮੈਥਸ, ਮੈਨੂੰ ਬਹੁਤ ਅੱਛੀ ਤਰ੍ਹਾਂ ਆਉਂਦਾ ਹੈ। ਬਟ ਮੈਂ ਪਰਸਨਲ ਐਕਸਪੀਰੀਅੰਸ ਨਾਲ ਇਹ ਚੀਜ਼ ਕਹਿ ਰਿਹਾ ਵੀ ਵੈਦਿਕ ਮੈਥਸ ਤੋਂ ਬਿਨਾ ਹਰ ਕੰਪੀਟੀਟਿਵ ਐਗਜ਼ਾਮ ਕੁਆਲੀਫਾਈ ਕੀਤਾ ਜਾ ਸਕਦਾ ਹੈ। ਵੈਦਿਕ ਮੈਥਸ ਦਾ ਕੋਈ ਬੈਨੀਫਿਟ ਨਹੀਂ ਹੈ, ਈਵਨ ਕਿ ਬੈਂਕਿੰਗ ਐਸਐਸਸੀ ਐਗਜ਼ਾਮਸ ਦੇ ਵਿੱਚ ਵੀ ਨਹੀਂ ਹੈ, ਜਿੱਥੇ ਕੈਲਕੂਲੇਸ਼ਨ ਬਹੁਤ ਫਾਸਟ ਚਾਹੀਦੀਆਂ ਹੁੰਦੀਆਂ ਨੇ। ਤਾਂ ਵੈਦਿਕ ਮੈਥਸ ਦੀ ਕੋਈ ਰਿਕੁਆਇਰਮੈਂਟ ਨਹੀਂ ਹੈ ਜੀ, ਇਹ ਚੀਜ਼ ਨੂੰ ਜਲਦੀ ਤੋਂ ਜਲਦੀ ਸਮਝ ਲਓ। ਬਿਨਾਂ ਮਤਲਬ ਤੋਂ ਵੈਦਿਕ ਮੈਥਸ ਨੂੰ ਸਮਝਣ ਤੇ ਟਾਈਮ ਨਾ ਵੇਸਟ ਕਰੋ, ਬਹੁਤ ਇੰਪੋਰਟੈਂਟ ਚੀਜ਼ ਹੈ। ਸਿਮਿਲਰਲੀ ਜ਼ਿਆਦਾਤਰ ਕੀ ਹੁੰਦਾ ਜੀ, ਤਿਆਰੀ ਸਟਾਰਟ ਕਰਦੇ ਹੋ, ਅੱਜ ਆਪਾਂ 20 ਤੱਕ ਸਕੇਅਰਸ ਯਾਦ ਕਰਾਂਗੇ, ਫਿਰ 25 ਤੱਕ, 30 ਤੱਕ, ਐਵੇਂ ਉਵੇਂ ਕੋਈ ਫਾਰਮੂਲਾ, ਕੋਈ ਸਕੇਅਰਸ ਨੂੰ ਇਸ ਤਰ੍ਹਾਂ ਯਾਦ ਕਰਨ ਦੀ ਰਿਕੁਆਇਰਮੈਂਟ ਨਹੀਂ ਹੁੰਦੀ। ਜਿੰਨਾ ਤੁਹਾਡਾ ਕੁਐਸਚਨ ਦੇ ਵਿੱਚ ਯੂਜ਼ ਹੋ ਰਿਹਾ ਡਾਟਾ ਠੀਕ ਹੈ, ਜਿੰਨੀ ਸਪੀਡ ਹੈਗੀ ਹੈ ਸਹੀ ਹੈ। ਤਾਂ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਨੇ, ਇਹ ਹੈਗੀਆਂ ਨੇ ਡੂਜ਼ ਐਂਡ ਡੋਂਟਸ, ਮੋਸਟ ਇੰਪੋਰਟੈਂਟ ਚੀਜ਼ਾਂ ਐਂਡ ਮੋਸਟ ਇਗਨੋਰਡ ਚੀਜ਼ਾਂ। ਇਹਦੇ ਬਾਰੇ ਕੋਈ ਗੱਲ ਹੀ ਨਹੀਂ ਕਰਦਾ, ਬਟ ਇਹ ਬਹੁਤ ਹੀ ਇੰਪੋਰਟੈਂਟ ਹੈ। ਇਹ ਚੀਜ਼ਾਂ ਨੂੰ ਜਲਦੀ ਤੋਂ ਜਲਦੀ ਅਸੈਪਟ ਕਰੋ, ਜਲਦੀ ਤੋਂ ਜਲਦੀ ਫੋਲੋ ਕਰਨਾ ਸਟਾਰਟ ਕਰੋ। ਤੁਹਾਨੂੰ ਮੈਂ ਸੱਚੀ ਗੱਲ ਦੱਸ ਰਿਹਾ ਜੀ, ਆਪਣੇ ਐਕਸਪੀਰੀਅੰਸ ਦੇ ਬੇਸ ਤੇ, ਆਪਣੇ ਕੋਲੀਗਸ ਦੇ ਐਕਸਪੀਰੀਅੰਸ ਦੇ ਬੇਸ ਤੇ, ਆਪਣੇ ਸਟੂਡੈਂਟਸ ਦੇ ਐਕਸਪੀਰੀਅੰਸ ਦੇ ਬੇਸ ਤੇ ਤੁਹਾਡਾ ਕੰਪੀਟੀਟਿਵ ਐਗਜ਼ਾਮ ਜਲਦੀ ਤੋਂ ਜਲਦੀ ਕੁਆਲੀਫਾਈ ਹੋ ਜਾਊਗਾ, ਜਿਹੜਾ ਮਰਜ਼ੀ ਤੁਸੀਂ ਪੇਪਰ ਦੇਣਾ। ਤਾਂ ਮੈਂ ਉਮੀਦ ਕਰਦਾ ਜੀ ਤੁਹਾਨੂੰ ਜਿਹੜਾ ਹੈਗਾ ਇਹ ਚੀਜ਼ ਜਲਦੀ ਤੋਂ ਜਲਦੀ ਸਮਝ ਆ ਜਾਏਗੀ, ਤੁਸੀਂ ਜਲਦੀ ਤੋਂ ਜਲਦੀ ਫੋਲੋ ਕਰਨਾ ਸਟਾਰਟ ਕਰ ਦੋਗੇ ਤੇ ਤੁਹਾਡਾ ਕੰਪੀਟੀਟਿਵ ਐਗਜ਼ਾਮ ਜਿਹੜੀ ਕਿ ਤੁਹਾਡੀ ਰਿਕੁਆਇਰਮੈਂਟ ਹੈ, ਜਿਹੜੀ ਕਿ ਤੁਹਾਡੀ ਡੈਸਟੀਨੀ ਹੈਗੀ ਆ, ਉਹ ਜਲਦੀ ਤੋਂ ਜਲਦੀ ਮਿਲ ਜਾਏਗੀ ਤੁਹਾਨੂੰ। ਵਿਸ਼ ਯੂ ਆਲ ਦਾ ਬੈਸਟ, ਥੈਂਕ ਯੂ।